ਤੁਸੀਂ ਦੇਖ ਰਹੇ ਹੋ ਪੀਟੀਵੀ ਇੰਡੀਆ। ਮੈਂ ਹਾਂ ਮਦਨਦੀਪ, ਮੇਰੇ ਨਾਲ ਨੇ ਮੇਰੇ ਸਹਿਯੋਗੀ ਸੀਨੀਅਰ ਪੱਤਰਕਾਰ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ, ਅੱਜ ਖਬਰਾਂ ਕਾਫੀ ਮਹੱਤਵਪੂਰਨ ਨੇ। ਪਹਿਲੀ ਖਬਰ ਤਾਂ ਮਜੀਠੀਆ ਕੇਸ ਨਾਲ ਸੰਬੰਧਿਤ ਹੈ। ਜਿਹੜੀ ਪਹਿਲੀ ਸਿੱਟ ਇਸ ਕੇਸ ਦੀ ਪੈਰਵਾਈ ਕਰ ਰਹੀ ਸੀ, ਉਹਦੇ ਮੁਖੀ ਬਦਲ ਦਿੱਤੇ ਗਏ ਆ। ਲਗਭਗ ਸਿੱਟ ਦੇ ਕਾਫੀ ਹੋਰ ਮੈਂਬਰ ਵੀ ਬਦਲ ਦਿੱਤੇ ਗਏ ਆ ਔਰ ਸ਼ਾਇਦ ਨਵੇਂ ਸਿਰਿਓਂ ਇਹ ਕੇਸ ਖੁੱਲ੍ਹੇਗਾ, ਫਿਰ ਪੈਰਵਾਈ ਹੋਵੇਗੀ। ਔਰ ਹੋਰ ਜਿਹੜੀ ਵੱਡੀ ਖਬਰ ਆ ਉਹ ਇਹ ਆ ਕਿ ਨਵਜੋਤ ਸਿੰਘ ਸਿੱਧੂ ਦੇ ਘਰ ਕਾਂਗਰਸੀ ਇਕੱਠੇ ਹੋਏ ਆ। ਸਭ ਕੁਝ ਗਵਾ ਕੇ ਕਾਂਗਰਸੀ ਕੀ ਲੱਭਦੇ ਆ ਨਵਜੋਤ ਸਿੰਘ ਸਿੱਧੂ ਕੋਲੋਂ, ਇਹਦੇ ਤੇ ਚਰਚਾ ਕਰਾਂਗੇ। ਜਾਖੜ ਸਾਹਿਬ ਇਧਰ ਭਗਵੰਤ ਮਾਨ ਦੀ ਤਾਰੀਫ ਕਰ ਰਹੇ ਆ, ਪਰ ਕੇਜਰੀਵਾਲ ਦੀ ਆਲੋਚਨਾ ਕਰ ਰਹੇ ਆ। ਕਿਉਂ? ਚਰਚਾ ਕਰਾਂਗੇ। ਤੇ ਚਰਚਾ ਕਰਾਂਗੇ ਅੱਜ ਅਰਵਿੰਦ ਕੇਜਰੀਵਾਲ ਹੋਣਾ ਨੇ ਸਿੱਧਾ ਆਪਣੇ ਮੰਤਰੀਆਂ ਤੇ ਵਿਧਾਇਕਾਂ ਨੂੰ ਇੱਕ ਤਰ੍ਹਾਂ ਨਾਲ ਧਮਕਾ ਦਿੱਤਾ ਕਿ ਜੇ ਤੁਸੀਂ ਇਮਾਨਦਾਰ ਨਹੀਂ ਰਹੋਗੇ, ਜੇ ਇਮਾਨਦਾਰੀ ਨਾਲ ਕੰਮ ਨਹੀਂ ਕਰੋਗੇ ਤਾਂ ਤੁਹਾਡੀ ਕੁਰਸੀ ਪੱਕੀ ਨਹੀਂ। ਭਗਵੰਤ ਮਾਨ ਉਹਨਾਂ ਨੇ ਵੀ ਇਸੇ ਲਹਿਜੇ 'ਚ ਗੱਲ ਕੀਤੀ, ਕਿਉਂਕਿ ਭਗਵੰਤ ਮਾਨ ਇੱਥੋਂ ਸਿੱਧਾ ਸੰਬੋਧਨ ਕਰ ਰਹੇ ਸੀ ਮੋਹਾਲੀ 'ਚੋਂ, ਤੇ ਕੇਜਰੀਵਾਲ ਹੁਣ ਵੀਡੀਓ ਰਾਹੀਂ ਸੰਬੋਧਨ ਕਰ ਰਹੇ ਸੀ। ਇਹਦੇ 'ਤੇ ਵੀ ਚਰਚਾ ਕਰਾਂਗੇ ਕਿ ਇਹਦੇ ਅੱਗੇ ਜਾ ਕੇ ਇਹਦਾ ਅਸਰ ਕੀ ਹੋਏਗਾ ਇਹਨਾਂ ਦੇ ਵਿਧਾਇਕਾਂ ਦੇ ਉੱਤੇ ਜਾਂ ਮੰਤਰੀਆਂ ਦੇ ਉੱਪਰ। ਪਰ ਸਭ ਤੋਂ ਪਹਿਲਾਂ ਸਿੱਟ ਦਾ ਮੁਖੀ ਬਦਲਾ ਗਿਆ ਹੈ। ਕੀ ਇਸ ਕੇਸ ਦੀ ਦੁਬਾਰਾ ਪੈਰਵੀ ਹੋਏਗੀ? ਜੀ ਦੇਖੋ ਮਦਨਦੀਪ ਸਿੰਘ ਜੀ, ਇਹ ਤਾਂ ਬਿਲਕੁਲ ਗੱਲ ਸਾਫ਼ ਆ ਕਿ ਇਸ ਮਾਮਲੇ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਤੇ ਜੋ ਡਰੱਗਸ ਦਾ ਮਾਮਲਾ ਦਰਜ ਹੋਇਆ ਪਿਛਲੇ ਸਾਲ 20 ਦਸੰਬਰ ਨੂੰ, ਇਹ FIR ਦਰਜ ਹੋਈ ਸੀ NDPS ਐਕਟ ਦੇ ਅਧੀਨ। ਔਰ ਉਸ ਤੋਂ ਬਾਅਦ ਲਗਾਤਾਰ ਬਿਕਰਮ ਸਿੰਘ ਮਜੀਠੀਆ ਦੇ ਮੁਸ਼ਕਲਾਂ ਤਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ, ਲੇਕਿਨ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਜਿਹੜੀ SIT, ਜਿਹਨੂੰ ਅਸੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਕਹਿੰਦੇ ਆ, ਉਸ ਦੀ ਕਾਰਗੁਜ਼ਾਰੀ ਤੇ ਬੜੇ ਸਵਾਲੀਆ ਨਿਸ਼ਾਨ ਖੜੇ ਹੋ ਗਏ ਸੀ। ਕਿਉਂਕਿ ਉਹਨਾਂ ਨੇ, ਤੁਹਾਨੂੰ ਯਾਦ ਹੋਣਾ, ਇਸ ਟਾਈਮ ਬਿਕਰਮ ਸਿੰਘ ਮਜੀਠੀਆ 22 ਮਾਰਚ ਤੱਕ ਨਿਆਇਕ ਹਿਰਾਸਤ 'ਚ ਨੇ, ਜੁਡੀਸ਼ੀਅਲ ਰਿਮਾਂਡ 'ਚ ਨੇ। ਲੇਕਿਨ ਜਦੋਂ ਪਿਛਲੀ ਵਾਰੀ 8 ਮਾਰਚ ਨੂੰ ਜਾਂ ਉਸ ਤੋਂ ਪਹਿਲਾਂ 24 ਮਾਰਚ ਨੂੰ ਜਦੋਂ ਸਰੈਂਡਰ ਕੀਤਾ ਗਿਆ, ਦੋਨੇ ਵਾਰੀ ਜਿਹੜੀ ਪੁਰਾਣੀ SIT ਦੇ ਮੁਖੀ ਸੀ AIG ਬਲਰਾਜ ਸਿੰਘ ਜਾਂ ਉਹਨਾਂ ਦੀ ਟੀਮ, ਉਹਨਾਂ ਨੇ ਕਿਸੇ ਵੀ ਤਰ੍ਹਾਂ ਉਹਨਾਂ ਦੇ ਪੁਲਿਸ ਰਿਮਾਂਡ ਦੀ ਡਿਮਾਂਡ ਨਹੀਂ ਕੀਤੀ ਜਾਂ ਉਸ ਦੀ ਸਿਫਾਰਿਸ਼ ਨਹੀਂ ਕੀਤੀ। ਇਸ ਗੱਲ ਦੀਆਂ ਚਰਚਾਵਾਂ ਜਿੱਥੇ ਸਰਕਾਰ ਤੇ ਉਹਦੇ ਵਿੱਚ ਸੀ, ਉੱਥੇ ਹੀ ਵਿਰੋਧੀ ਧਿਰਾਂ ਦੇ ਵਿੱਚ ਵੀ ਇਹ ਪੂਰੀ ਤਰ੍ਹਾਂ ਸੀ ਕਿ ਇਹ ਕਿਉਂ ਰਿਮਾਂਡ ਨਹੀਂ ਮੰਗਿਆ ਗਿਆ, ਕੀ ਕੋਈ SIT ਡਰ ਗਈ ਹੈ ਜਾਂ ਕਿਸੇ ਤਰ੍ਹਾਂ ਦਾ ਉਹਨਾਂ ਤੇ ਪ੍ਰੈਸ਼ਰ ਆ। ਖੈਰ, ਇਸ ਨੂੰ ਸਾਰੀਆਂ ਚੀਜ਼ਾਂ ਨੂੰ, ਇਸ ਤਰ੍ਹਾਂ ਦੀਆਂ ਸਾਰੀਆਂ ਸ਼ੰਕਾਵਾਂ ਨੂੰ ਦਰਕਿਨਾਰ ਕਰਦੇ ਹੋਏ ਨਵੀਂ ਬਣੀ ਭਗਵੰਤ ਮਾਨ ਹੋਣਾ ਦੀ ਸਰਕਾਰ ਨੇ ਅੱਜ ਨਵੀਂ SIT ਬਣਾਉਣ ਦਾ ਫੈਸਲਾ ਕੀਤਾ। ਔਰ ਉਸ ਦੇ ਜਿਹੜੇ ਮੁਖੀ ਨੇ ਉਹ AIG ਗੁਰਸ਼ਰਨ ਸਿੰਘ ਸੰਧੂ, ਉਹਨਾਂ ਨੂੰ ਮੁਖੀ ਲਗਾਇਆ। ਇੱਕ AIG ਹੋਰ ਲਗਾਏ ਨੇ, ਉਹਨਾਂ ਦਾ ਨਾਮ ਹੈਗਾ ਰਣਜੀਤ ਸਿੰਘ ਢਿੱਲੋਂ। ਔਰ ਇਸੇ ਤਰ੍ਹਾਂ ਮਦਨਦੀਪ ਸਿੰਘ ਜੀ S ਰਾਹੁਲ, ਇਹ ਵੀ AIG ਨੇ, ਤੇ 2 DSP, ਉਹਨਾਂ ਦਾ ਨਾਮ ਹੈਗਾ ਰਘੁਵੀਰ ਸਿੰਘ ਤੇ ਅਮਨਪ੍ਰੀਤ ਸਿੰਘ। ਇਹ ਦੇਖੋ, ਜੇ ਟੋਟਲ ਦੇਖਿਆ ਜਾਵੇ ਤਾਂ 5 ਮੈਂਬਰੀ ਇਹ ਟੀਮ ਆ। ਪਿਛਲੀ ਵਾਰੀ 3 ਮੈਂਬਰੀ SIT ਬਣਾਈ ਸੀ। ਤੇ ਇੱਥੋਂ ਹੀ ਪਤਾ ਲੱਗਦਾ ਕਿ ਸਰਕਾਰ ਹੈ ਜਿਹੜੀ ਨਵੀਂ ਬਣੀ ਆਮ ਆਦਮੀ ਪਾਰਟੀ ਦੀ, ਉਹ ਇਸ ਮਾਮਲੇ ਨੂੰ ਲੈ ਕੇ ਸੰਜੀਦਾ। ਕਿਉਂਕਿ ਦਰਅਸਲ ਜੇ ਮੈਂ ਤੁਹਾਨੂੰ ਦੱਸਾਂ, 12-13 ਸਨ 2012-13 ਦਾ ਇਹ ਮਾਮਲਾ ਉਜਾਗਰ ਹੋਇਆ। ਕਦੇ ਵੀ ਪੰਜਾਬ ਪੁਲਿਸ ਦੀ ਕਿਸੇ ਵੀ ਟੀਮ ਨੇ ਇਸ ਮਾਮਲੇ ਦੀ ਸ਼ਿੱਦਤ ਦੇ ਨਾਲ ਤੇ ਸੰਜੀਦਗੀ ਦੇ ਨਾਲ ਕਦੇ ਜਾਂਚ ਹੀ ਨਹੀਂ ਕੀਤੀ। ਇਸੇ ਕਰਕੇ ਇਹ ਮਾਮਲਾ ਇੰਨਾ ਲੰਬਾ ਲਟਕਦਾ ਆਇਆ। ਔਰ ਜਦੋਂ ਕੇਸ ਵੀ ਦਰਜ ਹੋ ਗਿਆ, ਉਸ ਤੋਂ ਬਾਅਦ ਵੀ ਇਹਦੀ ਉਸ ਹਿਸਾਬ ਨਾਲ, ਜਿਸ ਹਿਸਾਬ ਨਾਲ ਜਾਂਚ ਹੋਣੀ ਚਾਹੀਦੀ ਸੀ, ਨਹੀਂ। ਸੋ ਭਰੋਸਾ ਇਹ ਲੱਗ ਰਿਹਾ ਕਿ ਜਿਹੜੀ ਨਵੀਂ ਬਣੀ ਸਰਕਾਰ ਆ ਭਗਵੰਤ ਮਾਨ ਹੋਣਾ ਦੀ, ਉਹ ਇਸ ਮਾਮਲੇ ਦੇ ਵਿੱਚ ਪੂਰੀ ਸੀਰੀਅਸ। ਔਰ ਦੂਸਰੀ ਗੱਲ ਮੈਂ ਇਹਦੇ ਨਾਲ ਇਹ ਵੀ ਐਡ ਕਰਦਾ ਕਿ ਹੁਣ ਪੰਜਾਬ ਨੂੰ ਨਵੇਂ AG ਵੀ ਮਿਲ ਗਿਆ, ਯਾਨੀ ਕਿ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ, ਉਹਨਾਂ ਦੀ ਅਪਾਇੰਟਮੈਂਟ ਹੋ ਚੁੱਕੀ ਆ। ਉਹਨਾਂ ਨੇ ਇੱਥੋਂ ਤੱਕ ਵੀ ਕਹਿਤਾ ਕਿ ਮੈਂ ਜਿਹੜੀ ਆਪਣੀ ਸੈਲਰੀ ਨਹੀਂ ਲੈਣੀ, ਮੈਂ ਸਿਰਫ 1 ਰੁਪਇਆ ਲਊਂਗਾ। ਪਤਾ ਲੱਗਦਾ ਕਿ ਉਹਨਾਂ ਦੀ ਕਮਿਟਮੈਂਟ ਆ। ਔਰ ਉਹਨਾਂ ਨੇ ਆਪਣੇ ਪਹਿਲੇ ਬਿਆਨ ਦੇ ਵਿੱਚ ਇਹ ਗੱਲ ਕਹੀ ਆ ਕਿ ਮੈਂ ਆਪਣੀ ਸਾਰੀ ਜਿਹੜੀ ਡੈਡੀਕੇਸ਼ਨ ਆ, ਉਹ ਪੰਜਾਬ ਦੇ ਵਿੱਚ ਜਿਵੇਂ ਡਰੱਗਸ ਦੇ ਮਾਮਲੇ ਹੋਏ, ਬੇਅਦਬੀ ਦੇ ਮਾਮਲੇ ਹੋਏ, ਜਾਂ ਜਿੰਨੇ ਵੀ ਹੋਰ ਭਖਦੇ ਮਸਲੇ ਆ, ਉਹਨਾਂ ਨੂੰ ਹੱਲ ਕਰਨ ਦੇ ਵਿੱਚ ਪੰਜਾਬ ਸਰਕਾਰ ਦਾ ਹਰ ਸਹਿਯੋਗ ਕਰੂੰਗਾ, ਬਲਕਿ ਉਹਦੀ ਪੈਰਵੀ ਕਰੂੰਗਾ। ਸੋ ਇਹਨਾਂ ਸਾਰੇ ਮਾਮਲਿਆਂ ਨੂੰ ਦੇਖਦੇ ਹੋਏ ਮਦਨਦੀਪ ਜੀ, ਇਹ ਲੱਗਦਾ ਕਿ ਸਰਕਾਰ ਸੰਜੀਦਾ। ਲੇਕਿਨ ਆਉਣ ਵਾਲੇ ਦਿਨਾਂ 'ਚ ਦੇਖਾਂਗੇ ਕਿ ਇਹ ਜਿਹੜੀ ਨਵੀਂ SIT ਦੇ ਮੁਖੀ ਹੈ ਜਾਂ ਨਵੀਂ SIT ਬਣਾਈ ਆ, ਨਵੇਂ ਮੈਂਬਰ, ਔਰ ਮੈਂਬਰ ਵੀ ਵੱਧ ਲਾਏ ਨੇ,
ਕਿ ਇਹ ਇਸ ਕੇਸ ਨੂੰ NDPS ਐਕਟ ਦੇ ਮਾਮਲੇ ਨੂੰ ਹੋਰ ਸ਼ਿੱਦਤ ਨਾਲ ਅੱਗੇ ਲੈ ਕੇ ਜਾਂਦੇ ਆ, ਕੀ ਨਵੇਂ ਸਬੂਤ ਜੁਟਾ ਪਾਉਂਦੇ ਆ, ਇਹ ਸਾਰੀਆਂ ਗੱਲਾਂ ਦੀ ਨਜ਼ਰ ਇਸ ਨਵੀਂ SIT ਤੇ ਰਹੇਗੀ ਜੀ। ਮਨਪ੍ਰੀਤ ਜੀ, ਇੱਕ ਮੈਨੂੰ ਇਸ ਕੇਸ ਦੇ ਵਿੱਚ ਇੱਕ ਗੱਲ ਮੈਂ ਹੋਰ ਜਾਣਨੀ ਚਾਹੁੰਦਾ ਕਿ ਇਹ ਜਿਹੜਾ ਡਰੱਗ ਦਾ ਕੇਸ ਹੈ, ਨਸ਼ਿਆਂ ਦਾ ਮਾਮਲਾ ਜਿਹੜਾ ਹੈਗਾ ਹੈ, ਇਹ ਸਿਰਫ ਤੇ ਸਿਰਫ ਬਿਕਰਮ ਸਿੰਘ ਮਜੀਠੀਆ ਨਾਲ ਸੰਬੰਧਿਤ ਹੈ ਜਾਂ ਇਹਦੀਆਂ ਤਾਰਾਂ ਬਹੁਤ ਦੂਰ ਤੱਕ ਕਿਤੇ ਹੋਰ ਵੀ ਜੁੜੀਆਂ ਹੋਈਆਂ ਹੈ, ਉਹਦੀ ਵੀ ਜਾਂਚ ਸਾਹਮਣੇ ਆਉਣੀ ਚਾਹੀਦੀ ਹੈ, ਉਹਦੀ ਵੀ ਜਾਂਚ ਸਾਹਮਣੇ ਲਿਆਂਦੀ ਜਾਏਗੀ? ਇਹ ਥੋੜ੍ਹਾ ਜਿਹਾ ਜਾਣਕਾਰੀ ਦਿਓ ਵੀ ਕੀ ਇਹ ਮਾਮਲਾ ਸਿਰਫ ਤੇ ਸਿਰਫ ਬਿਕਰਮ ਸਿੰਘ ਮਜੀਠੀਆ ਨਾਲ ਹੀ ਸੰਬੰਧਿਤ? ਜੇ ਬਿਕਰਮ ਮਜੀਠੀਆ ਮੰਨ ਲਓ ਇਸ ਦੁਨੀਆ ਤੇ ਨਹੀਂ ਰਹਿੰਦੇ ਕੱਲ੍ਹ ਨੂੰ, ਤਾਂ ਨਸ਼ਾ ਖਤਮ ਹੋ ਜਾਏਗਾ? ਇਹ ਵਿਚਾਰਨ ਵਾਲੀ ਗੱਲ ਹੈ। ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਨਾ ਹੀ ਇਸ ਕੇਸ ਦੇ ਵਿੱਚ ਆ। ਦੇਖੋ, ਜਿਹੜੀ ਤੁਸੀਂ ED ਦੀ ਰਿਪੋਰਟ ਦੇਖੋ, ਉਹਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਆ ਉਹ ਗਵਾਹਾਂ ਨੂੰ ਬੁਲਾਇਆ ਗਿਆ, ਜਿਨ੍ਹਾਂ ਤੇ ਸ਼ੱਕ ਸੀ ਉਹਨਾਂ ਨੂੰ ਵੀ ਬੁਲਾ ਕੇ ਉਹਨਾਂ ਦੀਆਂ ਸਟੇਟਮੈਂਟਸ ਦਰਜ ਕੀਤੀਆਂ ਗਈਆਂ। ਇਹਨਾਂ ਚੋਂ ਬਹੁਤ ਸਾਰੇ ਜਿਹੜੇ ਵਿਅਕਤੀ ਸੰਬੰਧਿਤ ਨੇ ਉਹ ਕੈਨੇਡਾ ਦੇ ਵਿੱਚ ਰਹਿ ਰਹੇ ਨੇ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਉਹਨਾਂ ਨੂੰ ਵਾਪਸ ਭਾਰਤ ਲੈ ਕੇ ਆਉਣ ਦੀ ਗੱਲ ਕੀਤੀ ਹੈ। ਬਹੁਤ ਸਾਰੇ ਜਿਹੜੇ ਕੈਨੇਡੀਅਨ ਰੈਜ਼ੀਡੈਂਟ ਸੀ, ਇਹ ਵੀ ਕਿਹਾ ਜਾਇਆ, ਉਹਨਾਂ ਤੇ ਵੀ ਦੋਸ਼ ਆ ਕਿ ਉਹ ਬਿਕਰਮ ਸਿੰਘ ਮਜੀਠੀਆ ਜਦੋਂ ਰੈਵਨਿਊ ਮਿਨਿਸਟਰ ਸੀ, ਉਹ ਆ ਕੇ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਦੀਆਂ ਗੱਡੀਆਂ, ਇਹਨਾਂ ਦੀ ਸਰਕਾਰੀ ਮਸ਼ੀਨਰੀ ਯੂਜ਼ ਕਰਦੇ ਸੀ। ਇਸ ਤਰ੍ਹਾਂ ਦੇ ਇਲਜ਼ਾਮ ਆ। ਸੋ ਦਾਇਰਾ ਕੱਲਾ ਬਿਕਰਮ ਸਿੰਘ ਮਜੀਠੀਆ ਤੇ ਨਹੀਂ ਹੈ, ਬਹੁਤ ਸਾਰੇ ਲੋਕਾਂ ਤੇ ਆ। ਲੇਕਿਨ ਉਹਦੇ ਜਿਹੜੇ ਸਬੂਤ ਨੇ ਕਿ ਕੀ ਵਾਕਿਆ ਇਹ ਡਰੱਗ ਜਿਹੜੇ ਪਿੰਨ ਸੀ, ਜਾਂ ਇਹ ਕੋਈ ਸਰਗਨਾ ਸੀ, ਜਾਂ ਇਹ ਕੋਈ ਰੈਕਟ ਇਸ ਤਰ੍ਹਾਂ ਚਲਾਉਂਦੇ ਸੀ, ਉਹ ਸਬੂਤ ਤਾਂ ਘੱਟੋ ਘੱਟ SIT ਨੇ ਇਕੱਠੇ ਕਰਨੇ ਆ। ਇਸ ਤੋਂ ਪਹਿਲਾਂ ਜਿਹੜੀ ਸਪੈਸ਼ਲ ਟਾਸਕ ਫੋਰਸ ਬਣੀ ਆ ਹਰਪ੍ਰੀਤ ਸਿੰਘ ਸਿੱਧੂ ਹੋਣਾ ਦੀ ਅਗਵਾਈ ਦੇ ਵਿੱਚ, ਮੈਨੂੰ ਨਹੀਂ ਲੱਗਦਾ ਕਿ ਉਹਨੇ ਕੋਈ ਬਹੁਤ ਜ਼ਿਆਦਾ ਕੰਮ ਕੀਤਾ, ਕਿਉਂਕਿ ਜਿਹੜੀ FIR ਵੀ ਦਰਜ ਹੋਈ ਆ ਉਹ ED ਦੀਆਂ ਸਟੇਟਮੈਂਟਸ ਤੇ ਹੀ ਹੋਈ ਆ। ਸੋ ਇਹ ਕਹਿ ਦੇਣਾ ਕਿ ਜੇ ਬਿਕਰਮ ਸਿੰਘ ਮਜੀਠੀਆ ਨਹੀਂ ਹੋਏਗਾ ਤੇ ਇਸ ਡਰੱਗ ਕੇਸ ਦੀ ਕੋਈ ਪੈਰਵੀ ਨਹੀਂ ਹੋਊਗੀ ਜਾਂ ਜਾਂਚ ਨਹੀਂ ਹੋਊਗੀ, ਮੈਨੂੰ ਨਹੀਂ ਲੱਗਦਾ ਇਸ ਗੱਲ ਦੇ ਵਿੱਚ ਕੋਈ ਬਹੁਤ ਜ਼ਿਆਦਾ ਵੱਡੀ ਸੱਚਾਈ ਹੈ। ਮੇਰੇ ਕਹਿਣ ਦਾ ਭਾਵ ਇਹ ਆ ਕਿ ਬਿਕਰਮ ਮਜੀਠੀਆ ਇਸ ਵੇਲੇ ਜੇਲ੍ਹ 'ਚ ਨੇ। ਬਿਕਰਮ ਮਜੀਠੀਆ ਪਿਛਲੇ ਦਿਨਾਂ ਤੋਂ ਲਗਾਤਾਰ ਇਸ ਕੇਸ ਨੂੰ ਲੈ ਕੇ ਉਹ ਅੜਿੱਕੇ 'ਚ ਨੇ, ਔਰ ਬਿਲਕੁਲ ਬੇਸ਼ੱਕ ਬਿਕਰਮ ਹੋਵੇ ਜਾਂ ਕੋਈ ਵੀ ਹੋਵੇ ਇਸ ਲੈਵਲ ਦਾ ਬੰਦਾ ਜਾਂ ਇਸ ਤੋਂ ਵੀ ਵੱਡਾ ਬੰਦਾ ਹੋਵੇ, ਜੇ ਉਹ ਦੋਸ਼ੀ ਤਾਂ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਪਰ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਨਸ਼ਾ ਤਾਂ ਹੁਣ ਵੀ ਵਿਕ ਰਿਹਾ ਪੰਜਾਬ ਦੇ ਅੰਦਰ, ਰੋਜ਼ ਖੇਪਾਂ ਫੜੀਆਂ ਜਾਂਦੀਆਂ। ਕੀ ਇਹ ਸਾਰਾ ਕੁਝ ਬੰਦ ਹੋ ਜਾਏਗਾ ਜੇ ਬਿਕਰਮ ਮਜੀਠੀਆ ਦੋਸ਼ੀ ਪਾ ਲਏ ਜਾਂਦੇ ਹੈ, ਜੇ ਇਹਨਾਂ ਤੇ ਕਾਬੂ ਪਾ ਲਿਆ ਜਾਂਦਾ? ਤਾਂ ਮੈਂ ਸਿਰਫ ਇਹ ਪੁੱਛ ਰਿਹਾ ਸੀ। ਨਹੀਂ, ਦੇਖੋ, ਇਹਦਾ ਜਿਹੜੀਆਂ ਤਾਰਾਂ ਹੈਗੀਆਂ ਇਹਦੇ ਕਈ ਪਹਿਲੂ ਨੇ। ਸਿਰਫ ਇੱਕ ਵਿਅਕਤੀ ਨੂੰ ਪਹਿਲਾਂ ਤਾਂ ਦੇਖੋ, ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਪਹਿਲੇ ਸਮਾਂ ਬਹੁਤ ਜ਼ਾਇਆ ਕਰਤਾ, ਇਹਨਾਂ ਦੀਆਂ ਜਿਹੜੀਆਂ ਪੁਲਿਸ ਏਜੰਸੀਜ਼ ਨੇ ਬਹੁਤ ਸਾਰਾ ਟਾਈਮ ਵੇਸਟ ਕਰਤਾ। ਸਾਨੂੰ ਨਹੀਂ ਪਤਾ ਉਹਨਾਂ ਦੀ ਕੀ ਇਨਵੋਲਵਮੈਂਟ ਹੈ ਜਾਂ ਨਹੀਂ, ਬਿਲਕੁਲ, ਜਾਂ ਇਹ ਬਿਲਕੁਲ ਇੱਕ ਪੋਲੀਟੀਕਲੀ ਮੋਟੀਵੇਟਡ ਕੇਸ ਆ। ਪਰ ਸਿਰਫ ਇਹ ਕਹਿ ਦੇਣਾ ਕਿ ਸਿਰਫ ਬਿਕਰਮ ਸਿੰਘ ਮਜੀਠੀਆ ਹੀ ਪੰਜਾਬ ਦੇ ਵਿੱਚ ਨਸ਼ਾ ਚਲਾਉਂਦੇ ਨੇ, ਇਹ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਬੜੀ ਗੈਰ ਜ਼ਿੰਮੇਵਾਰੀ ਗੱਲ ਹੋਏਗੀ, ਕਿਉਂਕਿ ਇਹਦੇ ਬਹੁਤ ਸਾਰੇ ਪਹਿਲੂ ਨੇ, ਇਹਦੀਆਂ ਬਹੁਤ ਸਾਰੀਆਂ ਤਾਰਾਂ ਨੇ। ਤਾਰਾਂ ਕਿੱਥੇ ਕਿੱਥੇ ਜੁੜੀਆਂ, ਉਹ ਜਿਹੜਾ ਨੈਟਵਰਕ ਆ ਸਾਰਾ, ਉਹ ਪੰਜਾਬ ਦੇ ਵਿੱਚ ਤੋੜਨ ਦੀ ਗੱਲ ਆ। ਉਹਦੇ ਪੈਡਲਰਸ ਹੁੰਦੇ ਨੇ, ਟ੍ਰੈਫਿਕਰਸ ਹੁੰਦੇ ਨੇ, ਕਿੱਥੋਂ ਨਸ਼ਾ ਆਉਂਦਾ ਨੇ ਉਸ ਨੂੰ ਤੋੜਨਾ ਹੁੰਦਾ। ਹੋ ਸਕਦਾ ਬਿਕਰਮ ਸਿੰਘ ਮਜੀਠੀਆ ਦੀ ਇਹ 'ਚ ਸ਼ਮੂਲੀਅਤ ਹੋਵੇ, ਹੋ ਸਕਦਾ ਉਹ ਬਿਲਕੁਲ ਪਾਕ ਸਾਫ ਵੀ ਹੋਣ। ਸੋ ਇਸ ਕਰਕੇ ਕਹਿਣਾ ਕਿ ਸਿਰਫ ਉਹਨਾਂ ਤੇ ਸਾਰਾ ਫੋਕਸ ਆ, ਇਹ ਤਾਂ ਇੱਕ ਪੋਲੀਟੀਕਲ ਇਸ਼ੂ ਸੀਗਾ। ਲੇਕਿਨ ਜਿਹੜੇ ਬਾਕੀ ਲੋਕ ਇਨਵੋਲਵ ਆ, ਬਾਕੀ ਹੋਰ ਲੋਕ ਆ, ਕੀ ਪੰਜਾਬ ਪੁਲਿਸ ਉਹਨਾਂ ਨੂੰ ਫੜ ਨਹੀਂ ਸੀ ਸਕਦੀ? ਉਹਨਾਂ ਨੂੰ ਫੜ ਕੇ ਅੰਦਰ ਨਹੀਂ ਸੀ ਕਰ ਸਕਦੀ? ਇਸੇ ਕਰਕੇ ਮੈਨੂੰ ਲੱਗਦਾ ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀ ਉਹਨਾਂ ਨੇ ਇਸ ਮਾਮਲੇ ਦਾ ਪੋਲੀਟੀਕਲ ਲਾਹਾ ਜ਼ਿਆਦਾ ਲਿਆ, ਬਲਕਿ ਇਸ ਮਾਮਲੇ ਨੂੰ ਸੁਲਝਾਉਣ ਦੇ ਜਾਂ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਬੰਦ ਕਰਨ ਲਈ। ਜੀ ਚਲੋ ਅਗਲੀ ਖਬਰ ਵੱਲ ਵੱਧਦੇ ਹਾਂ ਮਨਪ੍ਰੀਤ ਜੀ। ਅਗਲੀ ਖਬਰ ਜਿਹੜੀ ਹੈਗੀ ਹੈ, ਮੈਂ ਸਮਝਦਾ ਕਿ ਉਹ ਵੀ ਬਹੁਤ ਮਹੱਤਵਪੂਰਨ ਹੈ। ਕਾਂਗਰਸ ਨੇ ਸਭ ਕੁਝ ਗਵਾ ਲਿਆ ਹੈ ਇਹਨਾਂ ਵਿਧਾਨ ਸਭਾ ਚੋਣਾਂ ਦੇ ਵਿੱਚ। ਸਭ ਕੁਝ ਗਵਾਉਣ ਦਾ ਭਾਵ ਇਹ ਆ ਕਿ ਇੱਕ ਤਰ੍ਹਾਂ ਲੱਗਦਾ ਸੀ ਕਿ ਕਾਂਗਰਸ ਸਰਕਾਰ ਬਣਾ ਸਕਦੀ ਹੈ, ਪਰ ਉਹਨਾਂ ਦੀ ਝੋਲੀ 'ਚ ਕੁੱਲ ਮਿਲਾ ਕੇ 18 ਸੀਟਾਂ ਆਈਆਂ, ਔਰ ਸੀਨੀਅਰ ਲੀਡਰਸ਼ਿਪ ਜਿਹੜੀ ਹੈਗੀ ਹੈ ਉਹ ਨਵਜੋਤ ਸਿੰਘ ਸਿੱਧੂ ਦੇ ਦੁਆਲੇ ਹੋ ਗਈ। ਅਸਤੀਫਾ ਵੀ ਲੈ ਲਿਆ ਗਿਆ ਕਿ ਤੁਸੀਂ ਪ੍ਰਧਾਨ ਨਹੀਂ ਰਹਿ ਸਕਦੇ ਹੁਣ, ਕਿਉਂਕਿ ਹਾਰ ਦਾ ਕਾਰਨ ਤੁਸੀਂ ਹੋ। ਪਰ ਅੱਜ ਫਿਰ ਨਵਜੋਤ ਸਿੰਘ ਸਿੱਧੂ ਦੇ ਘਰ ਕਾਫੀ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਉਹ ਜਾ ਕੇ ਜੁੜੀ ਹੈ। ਕੀ ਚਾਹੁੰਦੇ ਹੁਣ ਸਿੱਧੂ ਤੋਂ ਉਹ? ਦੇਖੋ ਮਦਨਦੀਪ ਸਿੰਘ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਇਕੱਲੇ ਨਵਜੋਤ ਸਿੰਘ ਸਿੱਧੂ ਹੋਣਾ ਤੋਂ ਅਸਤੀਫਾ ਨਹੀਂ ਲਿਆ ਗਿਆ। ਜਿੰਨੀਆਂ 5 ਰਾਜਾਂ ਦੇ ਵਿੱਚ ਇਹ ਚੋਣਾਂ ਹੋਈਆਂ ਨੇ, ਸਾਰਿਆਂ ਹੀ ਪ੍ਰਧਾਨਾਂ ਤੋਂ ਅਸਤੀਫਾ ਲਿਆ ਗਿਆ, ਕਾਂਗਰਸ ਪ੍ਰਧਾਨ ਵੱਲੋਂ, ਸੋਨੀਆ ਗਾਂਧੀ ਵੱਲੋਂ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਹਨਾਂ ਦੀ ਕਾਰਗੁਜ਼ਾਰੀ, ਜਿਹੜੀਆਂ ਆਸ਼ਾਵਾਂ ਸੀ, ਜੋ ਉਮੀਦਾਂ ਸੀ ਕਾਂਗਰਸ ਦੀਆਂ, ਉਸ ਤੇ ਖਰੀ ਨਹੀਂ ਉਤਰੀ ਹੈ। ਸੋ ਇੱਕ ਤਾਂ ਇਹ ਕਾਰਨ ਆ, ਇਕੱਲੇ ਨਵਜੋਤ ਸਿੰਘ ਸਿੱਧੂ ਉਹਦਾ ਟਾਰਗੇਟ ਨਹੀਂ ਆ। ਦੂਸਰੀ ਗੱਲ ਜਿਹੜੀ ਤੁਸੀਂ ਇਹ ਗੱਲ ਕਹੀ ਹੈ ਕਿ ਕੁਝ ਲੀਡਰ ਉਹਨਾਂ ਦੇ ਘਰੇ ਇਕੱਠੇ ਹੋਏ ਨੇ, ਜ਼ਿਆਦਾਤਰ ਸਾਨੂੰ ਪਤਾ ਹੀ ਹੈ ਕਿ ਸਾਰੇ ਹਾਰੇ ਹੋਏ ਆ,
ਨਵਜੋਤ ਸਿੰਘ ਸਿੱਧੂ ਹੁਣ ਪ੍ਰਧਾਨ ਨਹੀਂ ਆ, ਹੂੰ ਲੇਕਿਨ ਇਹ ਲੀਡਰ ਇਸ ਕਰਕੇ ਇਕੱਠੇ ਹੋਏ ਆ, ਚਾਹੇ ਉਹ ਅਸ਼ਵਨੀ ਸੇਖੜੀ ਹੋਣ, ਚਾਹੇ ਉਹ ਸੁਖਵਿੰਦਰ ਸਿੰਘ ਡੈਣੀ ਹੋਣ, ਚਾਹੇ ਨਵਤੇਜ ਸਿੰਘ ਚੀਮਾ ਹੋਣ, ਹਾਂ ਚਾਹੇ ਜੱਗਾ ਮਜੀਠੀਆ ਜਿਹੜੇ ਕਾਂਗਰਸ ਦੇ ਉਮੀਦਵਾਰ ਸੀ ਹਾਂ ਮਜੀਠਾ ਕਨਸਟੀਚੁਐਂਸੀ ਤੋਂ, ਉਹ ਵੀ ਗਏ ਨੇ। ਲਗਭਗ 7 ਦੇ ਕਰੀਬ ਜਿਹੜੇ ਲੀਡਰਸ ਆ ਉਹਨਾਂ ਦੇ ਨਾਲ ਤਸਵੀਰਾਂ ਦੇ ਵਿੱਚ ਦੇਖੇ ਜਾ ਰਹੇ ਆ। ਹਾਂ ਇਹ ਇਸ ਕਰਕੇ ਇਕੱਠੇ ਹੋਏ ਆ ਕਿ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੇ ਵਿੱਚ ਸਾਈਡਲਾਈਨ ਕਰਨ ਦੀ ਪੰਜਾਬ ਦੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨਾਂ ਦੇ ਸਿਰ ਤੇ ਹਾਰ ਦਾ ਠੀਕੜਾ ਫੋੜ ਕੇ। ਹਾਂ ਕਿਉਂਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਨੇ, ਖਾਸ ਤੌਰ ਤੇ ਜਿਹੜੇ ਇਸ ਟਾਈਮ ਵਿਧਾਇਕ ਚੁਣੇ ਗਏ ਨੇ ਜਾਂ ਜਿਹੜੇ ਬਾਹਰ ਵੀ ਬੈਠੇ ਨੇ, ਉਹਨਾਂ ਨੂੰ ਲੱਗਦਾ ਕਿ ਜੇ ਨਵਜੋਤ ਸਿੰਘ ਸਿੱਧੂ ਹਜੇ ਵੀ ਕਾਂਗਰਸ 'ਚ ਰਹਿ ਗਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਖੜੇ ਹੋ ਸਕਦੇ ਨੇ, ਤੇ ਘੱਟੋ ਘੱਟ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਕੇ ਰਾਜਨੀਤੀ ਦੇ ਵਿੱਚ ਇਹਨਾਂ ਦਾ ਜਿਹੜਾ ਸਫ਼ਰ ਆ ਉਹ ਖਤਮ ਕਰ ਦਿੱਤਾ ਜਾਵੇ। ਹੂੰ ਇਹ ਲੋਕ ਜਿਹੜੇ ਤਾਂ ਗਏ ਨੇ ਕਿ ਇਹਨਾਂ ਨੂੰ ਪਤਾ ਕਿ ਨਵਜੋਤ ਸਿੰਘ ਸਿੱਧੂ ਅੱਜ ਵੀ ਰੈਲੇਵੈਂਟ ਨੇ, ਅੱਜ ਵੀ ਉਹਨਾਂ ਦੀ ਸਿਗਨੀਫੀਕੈਂਸ ਆ। ਜੇ ਕੋਈ ਚੰਗੀ ਆਪੋਜੀਸ਼ਨ ਇਸ ਟਾਈਮ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੋਈ ਦੇ ਸਕਦਾ ਤਾਂ ਨਵਜੋਤ ਸਿੰਘ ਸਿੱਧੂ ਵਰਗੇ ਲੀਡਰ ਦੇ ਸਕਦੇ ਆ। ਮੈਨੂੰ ਅੱਜ ਵੀ ਯਾਦ ਆ ਜਦੋਂ ਅਸੀਂ ਗੱਲ ਕੀਤੀ ਸੀ ਕਿ ਜੇ ਹਜੇ ਵੀ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਬਤੌਰ ਪ੍ਰਧਾਨ ਬਰਕਰਾਰ ਰੱਖਦੀ ਹੈ ਤੇ ਵਿਧਾਨ ਸਭਾ ਦੇ ਅੰਦਰ ਸੁਖਪਾਲ ਸਿੰਘ ਖਹਿਰਾ ਨੂੰ ਆਪਣਾ ਲੀਡਰ ਆਫ ਦੀ ਆਪੋਜੀਸ਼ਨ ਬਣਾਉਂਦੀ ਹੈ, ਤੇ ਇਹ ਬਹੁਤ ਵਧੀਆ ਇੱਕ ਕੰਬੀਨੇਸ਼ਨ ਹੋਏਗਾ ਜਿੱਥੇ ਹਾਂਜੀ ਜਿੱਥੇ ਕਾਂਗਰਸ ਦੀ ਜਿਹੜੀ ਕਾਰਗੁਜ਼ਾਰੀ ਹੈ ਜਾਂ ਜਿਹੜੀ ਕਾਂਗਰਸ ਦੀ ਇੱਕ ਵਿਰੋਧੀ ਧਿਰ ਦੀ ਭੂਮਿਕਾ ਬੜੀ ਉੱਭਰ ਕੇ ਸਾਹਮਣੇ ਆਏਗੀ, ਕਿਉਂਕਿ ਉਹ ਵੀ ਇਸੇ ਤਰ੍ਹਾਂ ਮਾਫੀਆ ਰਾਜ ਨੂੰ ਖਤਮ ਕਰਨ ਦੀ ਗੱਲ ਕਰਦੇ ਨੇ, ਇਸੇ ਤਰ੍ਹਾਂ ਉਹ ਜੋ ਭ੍ਰਿਸ਼ਟਾਚਾਰ ਆ ਉਹਨੂੰ ਖਤਮ ਕਰਨ ਦੀ ਗੱਲ ਕਰਦੇ ਹੁੰਦੇ ਸੀ। ਲੇਕਿਨ ਕਿਉਂਕਿ ਉਹਨਾਂ ਨੂੰ ਪ੍ਰਧਾਨਗੀ ਤੋਂ ਹਟਾਤਾ ਔਰ ਆਪਸ ਦੇ ਵਿੱਚ ਲੜਾਈ ਪਈ ਹੈ, ਚਾਹੇ ਸੁਖਜਿੰਦਰ ਸਿੰਘ ਰੰਧਾਵਾ ਹੋਣ ਤੇ ਤਰਿੰਦਰ ਬਾਜਵਾ ਹੋਣ, ਸੁਖ ਸਰਕਾਰੀਆ ਹੋਣ, ਪ੍ਰਤਾਪ ਬਾਜਵਾ ਹੋਣ, ਰਾਜਾ ਵੜਿੰਗ ਹੋਣ, ਇਹ ਵਿਧਾਇਕ ਤਾਂ ਬਣ ਗਏ ਆ, ਪਰ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਸਲਾਹੀਅਤ ਆ ਕਿ ਇਹ ਇੱਕ ਵਧੀਆ ਐਲਓਪੀ ਦਾ ਜਿਹੜਾ ਲੀਡਰ ਆਫ ਦੀ ਆਪੋਜੀਸ਼ਨ ਦਾ ਰੋਲ ਨਿਭਾ ਸਕਦੇ ਆ। ਦੂਸਰੀ ਤਰਫ ਇਹ ਜਿਹੜੇ ਲੋਕ ਇਕੱਠੇ ਹੋਏ ਨੇ, ਇਹ ਚਾਹੁੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੀ ਆਵਾਜ਼ ਬਣ ਕੇ ਕਾਂਗਰਸ ਦੇ ਵਿੱਚ ਲਗਾਤਾਰ ਕਾਇਮ ਰਹਿਣ, ਤੇ ਜੇ ਕੱਲ ਨੂੰ ਲੋੜ ਪਵੇ, ਮੰਨ ਲਓ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ, ਤੇ ਨਵਜੋਤ ਸਿੰਘ ਸਿੱਧੂ ਦੀ ਅਧੀਨ ਹੀ ਕਾਂਗਰਸ ਦੁਬਾਰਾ ਉੱਭਰ ਸਕਦੇ। ਇਹ ਉਹਨਾਂ ਨੂੰ ਪਤਾ, ਕਿਉਂਕਿ ਉਹ ਉਸ ਤਰ੍ਹਾਂ ਦੀ ਬਦਲਾਅ ਦੀ ਰਾਜਨੀਤੀ ਕਰਦੇ ਨੇ ਤੇ ਖੁੱਲ ਕੇ ਕਰਦੇ ਨੇ। ਹੋਰ ਕੋਈ ਨੇਤਾ ਉਹਨਾਂ ਨੂੰ ਇਸ ਕਾਬਿਲ ਹਜੇ ਤੱਕ ਨਹੀਂ ਲੱਗਦਾ, ਇਸੇ ਕਰਕੇ ਸਾਰੇ ਉਹ ਇਕੱਠੇ ਹੋਏ ਨੇ ਜੀ। ਇੱਧਰ ਸੁਨੀਲ ਜਾਖੜ ਹੋਣੀ ਆਪਣੀ ਵੱਖਰੀ ਤੁੱਤੀ ਵਜਾ ਰਹੇ ਆ, ਉਹ ਭਗਵੰਤ ਮਾਨ ਉਹਨਾਂ ਦੀ ਤਾਰੀਫ ਕਰ ਰਹੇ ਆ, ਕੇਜਰੀਵਾਲ ਉਹਨਾਂ ਨੂੰ ਉਹਨਾਂ ਦੀ ਆਲੋਚਨਾ ਕਰੀ ਜਾਂਦੇ ਆ। ਇਹ ਕਿਹੜੀ ਨੀਤੀ ਤੇ ਚੱਲ ਰਹੇ ਨੇ? ਨਹੀਂ, ਤੁਸੀਂ ਇਕੱਲੇ ਸੁਨੀਲ ਜਾਖੜ ਦੀ ਗੱਲ ਨਾ ਕਰੋ, ਈਵਨ ਕਿ ਤੁਸੀਂ ਦੇਖੋ ਮਦਨਦੀਪ ਜੀ, ਜਿਹੜੇ ਨਵਨੀਤ ਸਿੰਘ ਬਿੱਟੂ ਆ, ਇਹ ਵੀ ਬੜੀਆਂ ਗੱਲਾਂ ਕਰ ਰਹੇ ਨੇ। ਇਹ ਸੁਨੀਲ ਜਾਖੜ ਦੇਖੋ, ਇਹ ਕੀ ਹੈ ਇਹਨਾਂ ਦੀ ਰਾਜਨੀਤੀ ਕਿ ਕਿਸੇ ਨਾ ਕਿਸੇ ਤਰ੍ਹਾਂ ਦਾ ਅਰਵਿੰਦ ਕੇਜਰੀਵਾਲ ਜਾਂ ਭਗਵੰਤ ਮਾਨ ਹੋਣਾ ਦੇ ਦਰਮਿਆਨ ਕੋਈ ਦਰਾਰ ਖੜੀ ਕਰਨ ਦੀ ਕੋਸ਼ਿਸ਼ ਕਰੋ, ਆਪਸ ਦੇ ਵਿੱਚ ਮਤਭੇਦ ਪੈਦਾ ਕਰੋ। ਹੁਣ ਤੁਸੀਂ ਰਵਨੀਤ ਸਿੰਘ ਬਿੱਟੂ ਦੀ ਦੇਖੋ, ਇਹ ਲੋਕਾਂ ਨੇ ਕਦੇ ਵੀ ਕੰਸਟਰਕਟਿਵ ਪੋਲਿਟਿਕਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਜਦੋਂ ਨਵੀਂ ਕੈਬਨਿਟ ਚੁਣੀ ਗਈ, 10 ਜਿਹੜੇ ਮੰਤਰੀਆਂ ਨੇ ਸਹੁੰ ਚੁੱਕੀ ਤੇ ਕਹਿੰਦੇ ਜੀ ਲੁਧਿਆਣੇ ਨੂੰ ਤਾਂ ਕੋਈ ਤੁਸੀਂ ਰੈਪਰੈਜ਼ੈਂਟੇਸ਼ਨ ਹੀ ਨਹੀਂ ਦਿੱਤੀ, ਲੁਧਿਆਣੇ ਦੀ ਕੋਈ ਨੁਮਾਇੰਦਗੀ ਨਹੀਂ ਕੀਤੀ। ਕੀ ਜਿਹੜੇ ਕੋਈ ਮੁੱਖ ਮੰਤਰੀ ਹੁੰਦਾ ਜਾਂ ਜਿਹੜੇ ਮੰਤਰੀ ਹੁੰਦੇ ਆ ਕੋਈ ਜ਼ਿਲ੍ਹਿਆਂ ਦੇ ਹੁੰਦੇ ਆ, ਉਹ ਪੂਰੇ ਪੰਜਾਬ ਦੇ ਹੁੰਦੇ ਆ। ਸੋ ਮੈਨੂੰ ਲੱਗਦਾ, ਇਹਨਾਂ ਨੂੰ ਲੱਗਦਾ ਇਹ ਪੁਰਾਣੀ ਰਵਾਇਤੀ ਪੋਲਿਟਿਕਸ ਦੇ ਵਿੱਚ ਹੀ ਹਜੇ ਫਸੇ ਹੋਏ ਆ, ਉਸ ਚੀਜ਼ ਤੋਂ ਬਾਹਰ ਹੀ ਨਹੀਂ ਆਏ। ਲੋਕ ਬਹੁਤ ਅੱਗੇ ਜਾ ਚੁੱਕੇ ਆ, ਲੋਕਾਂ ਨੇ ਨਵੀਂ ਸਰਕਾਰ ਲੈਣ ਦੀ ਐਡਾ ਵੱਡਾ ਬਹੁਮਤ ਜਿਹੜਾ ਉਹਨਾਂ ਨੂੰ ਦੇ ਕੇ, ਲੇਕਿਨ ਸੁਨੀਲ ਜਾਖੜ ਔਰ ਰਵਨੀਤ ਸਿੰਘ ਬਿੱਟੂ ਵਰਗਿਆਂ ਦੀ ਜਿਹੜੀ ਰਾਜਨੀਤੀ ਆ ਅੱਜ ਵੀ ਰਵਾਇਤੀ ਰਾਜਨੀਤੀ ਆ, ਇਸ ਗੱਲ ਨੂੰ ਉਹ ਸਮਝ ਨਹੀਂ ਪਾ ਰਹੇ ਜੀ। ਬਿਲਕੁਲ ਬਿਲਕੁਲ। ਅੱਜ ਸਾਰੇ ਵਿਧਾਇਕ ਮੋਹਾਲੀ 'ਚ ਇਕੱਠੇ ਹੋਏ, ਭਗਵੰਤ ਮਾਨ ਉਹਨਾਂ ਨੇ ਮੋਹਾਲੀ ਤੋਂ ਸੰਬੋਧਨ ਕੀਤਾ, ਕੇਜਰੀਵਾਲ ਉਹਨਾਂ ਨੇ ਦਿੱਲੀ ਤੋਂ ਵੀਡੀਓ ਰਾਹੀਂ ਸੰਬੋਧਨ ਕੀਤਾ ਵਿਧਾਇਕਾਂ ਨੂੰ ਤੇ ਮੰਤਰੀਆਂ ਨੂੰ, ਔਰ ਦੋਨਾਂ ਦੀ ਲਗਭਗ ਇੱਕ ਟੋਨ ਸੀ। ਪਰ ਇਹਦੀ ਬੜੀ ਇੱਕ ਮਹੱਤਵਪੂਰਨ ਗੱਲ ਇਹ ਸੀ ਕਿ ਕੇਜਰੀਵਾਲ ਉਹਨਾਂ ਨੇ ਜਿਸ ਤਰ੍ਹਾਂ ਭਗਵੰਤ ਮਾਨ ਦੀ ਤਾਰੀਫ ਕੀਤੀ, ਇਹ ਕਿਹਾ ਕਿ 3 ਦਿਨਾਂ 'ਚ ਜੋ ਕੁਝ ਉਹਨਾਂ ਨੇ ਕੀਤਾ ਆ, ਪੂਰਾ ਹਿੰਦੁਸਤਾਨ ਗੁਣ ਗਾ ਰਿਹਾ ਭਗਵੰਤ ਮਾਨ ਦੇ। ਲੇਕਿਨ ਨਾਲ ਹੀ ਉਹਨਾਂ ਨੇ ਸਿੱਧਾ ਧਮਕਾਇਆ ਵੀ ਇਹ ਆਪਣੇ ਮੰਤਰੀਆਂ ਤੇ ਵਿਧਾਇਕਾਂ ਨੂੰ ਕਿ ਜੇ ਤੁਸੀਂ ਇਮਾਨਦਾਰ ਨਾ ਰਹੇ, ਜੇ ਬੇਈਮਾਨੀ ਕੀਤੀ ਤਾਂ ਤੁਹਾਡੀ ਸਜ਼ਾ ਵੀ ਉਹੀ ਹੋਏਗੀ ਜਿਹੜੀ ਆਮ ਲੋਕਾਂ ਦੀ ਹੈ। ਇਹਦਾ ਕੀ ਅਸਰ ਹੋਊਗਾ? ਦੇਖੋ, ਮੈਨੂੰ ਲੱਗਦਾ ਇੱਕ ਬਹੁਤ ਵਧੀਆ ਮੈਸੇਜ ਉਹਨਾਂ ਨੇ ਦਿੱਤਾ। ਨਵੇਂ ਵਿਧਾਇਕ ਨੇ, ਨਵੇਂ ਮੰਤਰੀ ਨੇ, ਪਹਿਲੀ ਵਾਰ ਉਹ ਚੁਣ ਕੇ ਆਏ ਨੇ ਔਰ ਪਹਿਲੀ ਵਾਰੀ ਕੈਬਨਿਟ ਮੰਤਰੀ ਬਣ ਜਾਣਾ। ਦੇਖੋ, ਇਹਨਾਂ ਨੂੰ ਕਿਸੇ ਨੂੰ ਵੀ ਐਡਮਿਨਿਸਟ੍ਰੇਟਿਵ ਐਕਸਪੀਰੀਅੰਸ ਨਹੀਂ ਹੈ, ਕੋਈ ਕਿਸੇ ਤਰ੍ਹਾਂ ਦਾ ਪ੍ਰਸ਼ਾਸਨਿਕ ਐਕਸਪੀਰੀਅੰਸ ਨਹੀਂ ਆ। ਸੋ ਅਰਵਿੰਦ ਕੇਜਰੀਵਾਲ ਹੋਣਾ ਦਾ ਜਿਹੜਾ ਮੈਸੇਜ ਬੜਾ ਸਾਫ਼ ਸੀ ਕਿ ਤੁਸੀਂ ਇਮਾਨਦਾਰੀ ਦੇ ਨਾਲ, ਬੜੀ ਮਿਹਨਤ ਨਾਲ ਤੇ ਬੜੀ ਲਗਨ ਦੇ ਨਾਲ ਕੰਮ ਕਰੋ, ਤੁਹਾਨੂੰ 18-20 ਘੰਟੇ ਕੰਮ ਕਰਨਾ ਪੈਣਾ, ਇਸ ਗੱਲ ਲਈ ਤਿਆਰ ਰਹੋ।
ਔਰ ਇਹ ਗੱਲ ਤੁਹਾਨੂੰ ਪਤਾ ਹੀ ਹੈ ਕਿ ਇਹ ਜਿਹੜੀ ਪਾਰਟੀ ਆ ਇਹ ਉਸ ਅੰਦੋਲਨ ਦੇ ਵਿੱਚੋਂ ਨਿਕਲ ਕੇ ਆਈ ਆ ਜੇ ਇੰਡੀਆ ਅਗੇਂਸਟ ਕਰਪਸ਼ਨ, ਉਸ ਅੰਦੋਲਨ ਦੇ ਵਿੱਚੋਂ ਨਿਕਲ ਕੇ ਆਈ ਹੈ। ਤੇ ਇਹਨਾਂ ਦਾ ਮੇਨ ਜਿਹੜਾ ਮੁੱਦਾ ਹਮੇਸ਼ਾ ਹੀ ਰਹਿੰਦਾ ਕਿ ਪਹਿਲਾਂ ਸਭ ਤੋਂ ਪਹਿਲਾਂ ਜਨਤਾ ਨੂੰ, ਪਬਲਿਕ ਨੂੰ ਕਰਪਸ਼ਨ ਤੋਂ ਨਿਜਾਤ ਦਿਵਾਈ ਜਾਵੇ, ਭ੍ਰਿਸ਼ਟਾਚਾਰ ਤੋਂ ਉਹਨਾਂ ਨੂੰ ਮੁਕਤ ਕਰਾਇਆ ਜਾਵੇ। ਸੋ ਇਹੀ ਚੀਜ਼ ਉਹ ਤਵੱਕੋ ਕਰਦੇ ਨੇ। ਅੱਛਾ, ਦੂਸਰੀ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਕਿ ਠੀਕ ਹੈ, ਇੱਕ ਤਾਂ ਉਹਨਾਂ ਤੇ ਨਜ਼ਰ ਰੱਖੀ ਜਾਏਗੀ ਤੇ ਜੇ ਉਹ ਆਪਣੇ ਟਾਰਗੇਟ ਪੂਰੇ ਨਹੀਂ ਕਰ ਪਾਉਣਗੇ ਜਾਂ ਜੋ ਵੀ ਉਹਨਾਂ ਨੂੰ ਟਾਰਗੇਟ ਦਿੱਤੇ ਜਾਣਗੇ, ਚਾਹੇ ਉਹ ਹੈਲਥ ਮਹਿਕਮੇ ਦੇ ਹੋਣ, ਐਜੂਕੇਸ਼ਨ ਦੇ ਹੋਣ ਜਾਂ ਬਾਕੀ ਮਹਿਕਮਿਆਂ ਦੇ ਹੋਣ, ਤਾਂ ਫਿਰ ਉਹ ਕਿਸੇ ਦੂਸਰੇ ਮੰਤਰੀ ਵੱਲ ਵੀ ਦੇਖ ਸਕਦੇ ਨੇ, ਦੂਸਰੇ ਵਿਧਾਇਕ ਵੱਲ ਦੇਖ ਸਕਦੇ, ਉਹਨੂੰ ਵੀ ਮੰਤਰੀ ਬਣਾਇਆ ਜਾ ਸਕਦਾ। ਦੇਖੋ, ਇਹਦੇ ਨਾਲ ਦੋ ਤਿੰਨ ਚੀਜ਼ਾਂ ਹੋਣਗੀਆਂ। ਇਹ ਜਿੰਨੇ ਵੀ ਮੰਤਰੀ ਬਣੇ ਆ ਉਹ ਆਪਣੀ ਪੋਜੀਸ਼ਨ ਨੂੰ ਫॉर ਗ੍ਰਾਂਟਡ ਨਹੀਂ ਲੈਣਗੇ। ਇਹ ਨਹੀਂ ਲੈਣਗੇ ਕਿ ਹੁਣ ਅਸੀਂ ਮੰਤਰੀ ਬਣ ਗਏ, ਹੁਣ ਤਾਂ 5 ਸਾਲਾਂ ਬਾਅਦ ਹੀ ਸਾਨੂੰ ਲਾਇਆ ਜਾਏਗਾ। ਤੇ ਆਪਣੀ ਉਹ ਕਹਿੰਦੇ ਇੱਕ ਚੀਜ਼ ਹੋਰ ਵੀ ਉਹਨਾਂ ਨੇ ਕਹੀ ਆ, ਉਹ ਕਹਿੰਦੇ ਮੈਂ ਸਾਰੀਆਂ ਚੀਜ਼ਾਂ ਬਰਦਾਸ਼ਤ ਕਰ ਸਕਦਾ ਪਰ ਪੈਸੇ ਦੀ ਬੇਈਮਾਨੀ, ਜਨਤਾ ਦੇ ਪੈਸੇ ਦੀ ਬੇਈਮਾਨੀ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਬਹੁਤ ਵਧੀਆ ਮੈਸੇਜ ਆ। ਇਹ ਇਕੱਲਾ ਵਿਧਾਇਕਾਂ ਨੂੰ ਮੈਸੇਜ ਨਹੀਂ ਆ, ਨਾਲ ਦੀ ਨਾਲ ਜਿਹੜੇ ਅਫਸਰ ਨੇ ਜਿਨ੍ਹਾਂ ਨੂੰ ਆਦਤਾਂ ਪਈਆਂ ਹੋਈਆਂ ਨੇ ਉਹਨਾਂ ਅਧਿਕਾਰੀਆਂ ਨੂੰ ਕਿ ਉਹ ਪੈਸਾ ਲਏ ਬਗੈਰ ਘਰ ਵਾਪਸ ਨਹੀਂ ਆਉਂਦੇ, ਉਹਨਾਂ ਨੂੰ ਵੀ ਇੱਕ ਤਰ੍ਹਾਂ ਦੀ ਉਹਨਾਂ ਨੇ ਕਿਹਾ ਕਿ ਸਿਫਾਰਿਸ਼ ਨਹੀਂ ਲੈ ਕੇ ਆਉਣੀ ਕਿਸੇ ਅਧਿਕਾਰੀ ਦੀ ਜਾਂ ਇਹਨੂੰ ਇੱਥੋਂ ਲਾ ਦਿਓ ਉੱਥੇ ਲਾ ਦਿਓ, ਨਾ ਪੁਲਿਸ ਅਫਸਰ ਦੀ। ਬਿਲਕੁਲ, ਦੇਖੋ ਸਾਨੂੰ ਇਹ ਪਤਾ ਕਿ ਜਦੋਂ ਐਮਐਲਏ ਲੱਗ ਜਾਂਦੇ ਨੇ, ਮੰਤਰੀ ਲੱਗ ਜਾਂਦੇ ਨੇ, ਤੇ ਇਹ ਆਮ ਤੌਰ ਤੇ ਜੋ ਰਵਾਇਤੀ ਪਾਰਟੀਆਂ ਕੀ ਕਰਦੀਆਂ ਕਿ ਆਪਣੇ ਐਸਐਸਪੀ ਹੋਏ, ਆਪਣੇ ਡੀਸੀ ਹੋਏ ਜਾਂ ਆਪਣੇ ਹੋਰ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਆਪਣੇ ਮਤਲਬ ਦੇ ਲਾਉਣ ਲੱਗ ਜਾਂਦੇ। ਉਹ ਕਹਿੰਦੇ ਕਿਸੇ ਨੇ ਨਹੀਂ ਆਉਣਾ। ਇਹ ਗੱਲ ਪਹਿਲਾਂ ਭਗਵੰਤ ਮਾਨ ਹੋਣਾ ਨੇ ਬਿਲਕੁਲ ਸਾਫ਼ ਕਰ ਦਿੱਤੀ ਸੀ। ਸੋ ਮੈਨੂੰ ਲੱਗਦਾ ਸਾਰੇ ਹੀ ਮੈਸੇਜ ਬੜੇ ਵਧੀਆ ਨੇ। ਭਗਵੰਤ ਮਾਨ ਹੋਣਾ ਨੇ ਬੜਾ ਵਧੀਆ ਮੈਸੇਜ ਦਿੱਤਾ ਕਿ ਤੁਸੀਂ ਚਾਹੇ ਤੁਹਾਡੇ ਐਸਐਚਓ ਨੇ, ਤਹਿਸੀਲਦਾਰ ਨੇ ਜਾਂ ਹੋਰ ਜਿਹੜੇ ਜ਼ਿਲ੍ਹਾ ਅਧਿਕਾਰੀ ਨੇ, ਉਹਨਾਂ ਨਾਲ ਪਿਆਰ ਨਾਲ ਗੱਲ ਕਰੋ, ਉਹਨਾਂ ਨੂੰ ਪੁੱਛੋ ਉਹਨਾਂ ਨੂੰ ਕਿਸ ਚੀਜ਼ ਦੀ ਲੋੜ ਆ ਤੇ ਉਹਨਾਂ ਨੂੰ ਉਹ ਚੀਜ਼ ਮੁਹੱਈਆ ਕਰਾਓ, ਕਿਉਂਕਿ ਤੁਸੀਂ ਮਿਨਿਸਟਰ ਹੋ, ਤੁਸੀਂ ਮੰਤਰੀ ਹੋ। ਸੋ ਅੱਜ ਬੜੇ ਵਧੀਆ ਮਾਹੌਲ ਦੇ ਵਿੱਚ ਸ਼ੁਰੂਆਤ ਹੋਈ। ਔਰ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਦਾ ਮਦਨਦੀਪ ਜੀ, ਪਿਛਲੇ ਦਿਨਾਂ ਤੋਂ ਜੋ ਤੋਂ ਸਰਕਾਰ ਨੂੰ ਆਏ ਹਜੇ 3-4 ਦਿਨ ਹੋਏ, ਆਪਾਂ ਨੂੰ ਪਤਾ ਹੀ ਆ, ਇਹਨਾਂ ਦਿਨਾਂ ਦੇ ਵਿੱਚ ਵੀ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਜਿੱਥੇ ਲੋਕ ਜਾ ਰਹੇ ਨੇ ਉੱਥੇ ਆਲਰੇਡੀ ਇੱਕ ਬਦਲਾਅ ਦੇਖਿਆ ਜਾ ਰਿਹਾ। ਇੱਕ WhatsApp ਤੇ ਵੀ ਮੈਸੇਜ ਚੱਲ ਰਿਹਾ ਸੀ, ਕੋਈ ਵਿਅਕਤੀ ਦੱਸ ਰਿਹਾ ਸੀ ਕਿ ਉਹਨੇ ਰਜਿਸਟਰੀ ਕਰਾਈ ਆ, ਉਹ ਕਹਿੰਦੇ ਬਿਨਾਂ ਕਿਸੇ ਪੈਸੇ ਤੇ ਮੇਰੀ ਰਜਿਸਟਰੀ ਹੋਈ ਆ। ਅੱਜ ਇਸ ਦਾ ਜ਼ਿਕਰ ਅਰਵਿੰਦ ਕੇਜਰੀਵਾਲ ਵੀ ਕਰ ਰਹੇ ਸੀ। ਸੋ ਮੈਨੂੰ ਲੱਗਦਾ ਹੈ ਕਿ ਮੈਸੇਜ ਲਾਊਡ ਐਂਡ ਕਲੀਅਰ, ਬੜਾ ਸਪਸ਼ਟ ਮੈਸੇਜ ਜਿਹੜਾ ਉਹ ਸਾਰੇ ਅਧਿਕਾਰੀਆਂ ਕੋਲੇ ਚਲਾ ਗਿਆ। ਤੇ ਇਸ ਤਰ੍ਹਾਂ ਦਾ ਮੈਸੇਜ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਵੀ ਦੇਣਾ ਜ਼ਰੂਰੀ ਸੀ। ਇੱਕ ਗੱਲ ਮੈਂ ਹੋਰ ਐਡ ਕਰਦਾ, ਇੱਕ ਗੱਲ ਉਹਨਾਂ ਨੇ ਹੋਰ ਵੀ ਸਪਸ਼ਟ ਕਰਤੀ ਪਿਛਲੇ ਦਿਨਾਂ ਦੇ ਵਿੱਚ, ਕਿਉਂਕਿ ਮੀਡੀਆ ਵੀ ਕਈ ਵਾਰੀ ਰਵਾਇਤੀ ਮੀਡੀਆ ਉਹ ਬੜੀਆਂ ਦਰਾਰਾਂ ਪਾਉਣ ਦੀ ਕੋਸ਼ਿਸ਼ ਕਰਦਾ, ਮਤਭੇਦ ਵੀ ਆਪਸ ਦੇ ਵਿੱਚ ਉਭਾਰਨ ਦੀ ਕੋਸ਼ਿਸ਼ ਕਰਦਾ। ਪਿਛਲੇ ਦਿਨਾਂ ਦੇ ਵਿੱਚ ਉਹ ਅਮਨ ਅਰੋੜਾ ਨੂੰ ਲੈ ਕੇ, ਸਰਬਜੀਤ ਕੌਰ ਮਾਣੂਕੇ ਨੂੰ ਲੈ ਕੇ, ਪ੍ਰੋਫੈਸਰ ਬਲਜਿੰਦਰ ਕੌਰ ਨੂੰ ਲੈ ਕੇ ਲਗਾਤਾਰ ਰਿਪੋਰਟਸ ਦਿਖਾ ਰਿਹਾ ਸੀ ਕਿ ਦੇਖੋ ਉਹ ਨਾਰਾਜ਼ ਨੇ, ਉਹ ਤਾਂ 2 ਵਾਰੀ ਦੇ ਐਮਐਲਏ ਨੇ, ਉਹਨਾਂ ਨੂੰ ਮੰਤਰੀ ਕਿਉਂ ਨਹੀਂ ਬਣਾਇਆ ਗਿਆ। ਇਹਨਾਂ ਸਾਰੀਆਂ ਚਰਚਾਵਾਂ ਨੂੰ ਹਵਾ ਦਿੱਤੀ ਜਾ ਰਹੀ ਸੀ। ਮੈਨੂੰ ਨਹੀਂ ਲੱਗਦਾ ਕਿ ਅਰਵਿੰਦ ਕੇਜਰੀਵਾਲ ਹੋਣਾ ਨੇ ਇਹ ਗੱਲ ਬਿਲਕੁਲ ਸਪਸ਼ਟ ਕਰਤੀ। ਮੈਨੂੰ ਨਹੀਂ ਲੱਗਦਾ ਕਿਸੇ ਦਾ ਕੋਈ ਜਨਮ ਸਿੱਧ ਅਧਿਕਾਰ ਆ, ਕਿਸੇ ਦਾ ਕੋਈ ਅਧਿਕਾਰ ਜਾਂ ਹੱਕ ਨਹੀਂ ਹੁੰਦਾ। ਇਹ ਸਰਕਾਰ ਨੇ ਦੇਖਣਾ ਹੁੰਦਾ, ਇਹ ਪਾਰਟੀ ਨੇ ਦੇਖਣਾ ਹੁੰਦਾ ਕਿੰਨਾ ਵਿਅਕਤੀਆਂ ਨੂੰ ਲਿਆ ਕੇ ਸਰਕਾਰ ਚਲਾਈ ਜਾਵੇ। ਜੇ ਅਮਨ ਅਰੋੜਾ ਜਾਂ ਪ੍ਰੋਫੈਸਰ ਬਲਜਿੰਦਰ ਕੌਰ ਜਾਂ ਸਰਬਜੀਤ ਕੌਰ ਮਾਣੂਕੇ ਨਹੀਂ ਬਣਨਗੇ ਤੇ ਇਹਦੇ ਨਾਲ ਪੰਜਾਬ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਪਏਗਾ। 92 ਵਿਧਾਇਕ ਨੇ, 92 ਦੇ ਵਿੱਚੋਂ ਭਗਵੰਤ ਮਾਨ ਵੀ ਇੱਕ ਨੇ। ਇਹਨਾਂ ਸਾਰਿਆਂ ਨੇ ਟੀਮ ਬਣ ਕੇ ਪੰਜਾਬ ਨੂੰ ਜੋ ਪੰਜਾਬ ਦੇ ਹਾਲਾਤ ਆ ਉਹਨਾਂ ਹਾਲਾਤਾਂ ਚੋਂ ਕੱਢਣਾ। ਸੋ ਬੜਾ ਸਪਸ਼ਟ ਤੇ ਕਲੀਅਰ ਮੈਸੇਜ ਆ ਔਰ ਮੈਨੂੰ ਲੱਗਦਾ ਕਿ ਇਹ ਲੋਕਾਂ ਲਈ ਵੀ ਵਧੀਆ ਮੈਸੇਜ ਆ ਤੇ ਜਿਹੜੇ ਵਿਧਾਇਕ ਨੇ ਜਾਂ ਜਿਹੜੇ ਮੰਤਰੀ ਬਣੇ ਨੇ ਜਾਂ ਮੁੱਖ ਮੰਤਰੀ ਉਹਨਾਂ ਲਈ ਵੀ ਇਹ ਮੈਸੇਜ ਠੀਕ ਹੈ ਜੀ। ਜਾਂਦੇ ਜਾਂਦੇ ਇੱਕ ਇਸੇ ਮਾਮਲੇ ਤੇ ਹੋਰ ਮੈਂ ਗੱਲ ਕਰਨੀ ਚਾਹੂੰਗਾ। ਜਿਸ ਤਰ੍ਹਾਂ ਉਮੀਦ ਬਣਾ ਦਿੱਤੀ ਗਈ ਹੈ ਪਾਰਟੀ ਵੱਲੋਂ ਜਾਂ ਪਾਰਟੀ ਦੀ ਲੀਡਰਸ਼ਿਪ ਵੱਲੋਂ, ਅਰਵਿੰਦ ਕੇਜਰੀਵਾਲ ਜਾਂ ਭਗਵੰਤ ਮਾਨ ਵੱਲੋਂ, ਲੋਕਾਂ ਨੂੰ ਇੰਨੀ ਆਸ ਦੇ ਦਿੱਤੀ ਗਈ ਹੈ ਕਿ ਜੇ ਉਹਦੇ ਤੇ ਖਰੇ ਨਹੀਂ ਉਤਰਨਗੇ ਤਾਂ ਮੇਰਾ ਖਿਆਲ ਹੈ ਬਹੁਤ ਛੇਤੀ ਲੋਕ ਜਿਹੜੇ ਹੈਗੇ ਆ ਉਹ ਇਹਨਾਂ ਦਾ ਵਿਰੋਧ 'ਚ ਆ ਜਾਣਗੇ, ਕਿਉਂਕਿ ਉਮੀਦਾਂ ਬਹੁਤ ਜ਼ਿਆਦਾ ਲੋਕਾਂ ਨੂੰ ਬਣਾਤੀਆਂ। ਲੋਕਾਂ ਦੇ ਪੱਲੇ ਇੰਨਾ ਕੁਛ ਬੰਨ੍ਹ ਦਿੱਤਾ ਗਿਆ ਆ ਕਿ ਜੇ ਉਹ ਖੋਲ੍ਹਣ ਤਾਂ ਘੱਟੋ ਘੱਟ ਇਹ ਸਾਰੀਆਂ ਗੱਲਾਂ ਵਿੱਚੋਂ ਬਹੁਤ ਸਾਰੀਆਂ ਗੱਲਾਂ ਜੇ ਪੋਜ਼ੀਟਿਵ ਹੋਣਗੀਆਂ ਤਾਂ ਲੋਕ ਸਾਥ ਦੇਣਗੇ, ਨਹੀਂ ਤਾਂ ਇਹ ਮੇਰਾ ਖਿਆਲ ਹੈ ਵੀ ਇਹਦੇ ਨਤੀਜੇ ਵੀ ਇਹਨਾਂ ਨੂੰ ਭੁਗਤਣੇ ਪੈ ਸਕਦੇ ਆ ਜੇ ਘਰੇ ਨਹੀਂ ਉਤਰਨਗੇ ਤਾਂ। ਜੀ ਦੇਖੋ ਮਦਨਦੀਪ ਜੀ, ਬੜੀ ਸਪਸ਼ਟ ਗੱਲ ਆ। ਜਦੋਂ ਤੁਸੀਂ ਰਵਾਇਤੀ ਪਾਰਟੀਆਂ ਨੂੰ ਜਾਂ ਸਾਰੇ ਲੋਕ ਰਵਾਇਤੀ ਪਾਰਟੀਆਂ ਨੂੰ 3 ਮਹੀਨੇ 6 ਮਹੀਨੇ ਇੱਕ ਹਨੀਮੂਨ ਪੀਰੀਅਡ ਦਿੰਦੇ ਸੀ ਤੇ ਇਹਨਾਂ ਨੂੰ ਵੀ ਦੇਣਾ ਬਣਦਾ। ਐਕਸਪੈਕਟੇਸ਼ਨ ਹੋ ਸਕਦੀਆਂ, ਉਮੀਦਾਂ ਹੋ ਸਕਦੀਆਂ, ਲੇਕਿਨ ਇਹਦਾ ਮਤਲਬ ਇਹ ਨਹੀਂ ਆ ਕਿ ਜੇ ਨਵੇਂ ਇੱਕ ਤਾਂ ਤੁਸੀਂ ਚੁਣੇ ਹੋ, ਬਿਲਕੁਲ ਨਵੇਂ ਵਿਧਾਇਕ, ਤੁਸੀਂ ਪਹਿਲੀ ਵਾਰੀ ਵਾਲੇ ਵਿਧਾਇਕ ਆ, ਉਹ ਮੰਤਰੀ ਬਣੇ ਆ,
ਸੋ ਇਸ ਕਰਕੇ ਜਨਤਾ ਨੂੰ ਵੀ ਪੇਸ਼ੈਂਸ ਰੱਖਣੀ ਪੈਣੀ ਹੈ, ਔਰ ਜਨਤਾ ਰੱਖੇਗੀ। ਮੈਨੂੰ ਲੱਗਦਾ ਜਿਹੜੀ ਪੇਸ਼ੈਂਸ ਨਹੀਂ ਰੱਖੇਗਾ ਉਹ ਮੀਡੀਆ ਨਹੀਂ ਰੱਖੇਗਾ। ਸ਼ਾਇਦ ਮੀਡੀਆ ਨੂੰ ਖਬਰਾਂ ਕਰਨ ਦੀ ਇਸ ਤਰ੍ਹਾਂ ਦੀ ਆਦਤ ਹੈ ਕਿ ਉਹ ਇੱਕ ਰਵਾਇਤੀ ਪਾਰਟੀਆਂ ਵਾਂਗੂ ਹੀ ਬਿਹੇਵ ਕਰਦਾ। ਸੋ ਇਸ ਕਰਕੇ ਲੋਕਾਂ ਨੂੰ ਭਰੋਸਾ ਹੈ, ਲੋਕੀ ਉਹਨਾਂ ਨੂੰ ਟਾਈਮ ਵੀ ਦੇਣਗੇ, ਉਹਨਾਂ ਨੂੰ ਵਕਤ ਵੀ ਦੇਣਗੇ, ਔਰ ਵਕਤ ਦੇ ਨਾਲ ਹੀ ਚੀਜ਼ਾਂ ਬਣਦੀਆਂ। ਕੋਈ ਰਾਤੋਂ ਰਾਤ ਇਹਨਾਂ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈ ਕਿ ਰਾਤੋਂ ਰਾਤ ਉਹ ਚਲਾਉਣਗੇ ਤੇ ਸਾਰਾ ਕੁਝ ਬਦਲ ਜਾਊਗਾ। ਜਿਹੜਾ ਸਿਸਟਮ ਪਿਛਲੇ ਕਈ ਸਾਲਾਂ ਤੋਂ, ਕਈ ਦਹਾਕਿਆਂ ਤੋਂ ਸੜ ਚੁੱਕਾ ਔਰ ਖਰਾਬ ਹੋ ਚੁੱਕਾ, ਔਰ ਉਹ ਸਿਸਟਮੈਟਿਕ ਕਰਪਸ਼ਨ ਆ, ਭ੍ਰਿਸ਼ਟਾਚਾਰ ਥੱਲੇ ਤੱਕ ਜਾ ਚੁੱਕਾ, ਔਰ ਤੁਸੀਂ ਆਪ ਸਮਝਦਾਰ ਹੋ ਕਿ ਕੀ ਇਹ ਸਿਸਟਮ ਰਾਤੋਂ ਰਾਤ ਚਲਾ ਜਾਏਗਾ? ਇਹਨਾਂ ਚੀਜ਼ਾਂ ਨੂੰ ਟਾਈਮ ਲੱਗੇਗਾ। ਇਹਨਾਂ ਸਾਰੇ ਮੰਤਰੀਆਂ ਨੂੰ ਆਪਣੇ ਮਹਿਕਮੇ ਨੂੰ ਸਮਝੋ। ਪਹਿਲੇ ਤਾਂ ਮਹਿਕਮੇ ਵੰਡੇ ਜਾਣਗੇ, ਫਿਰ ਉਹਨਾਂ ਨੂੰ ਮਹਿਕਮੇ ਨੂੰ ਸਮਝਣ ਨੂੰ ਟਾਈਮ ਲੱਗੇਗਾ, ਔਰ ਉਹਨਾਂ ਮਹਿਕਮਿਆਂ ਦੇ ਵਿੱਚ ਕਿਸ ਕਿਸ ਤਰ੍ਹਾਂ ਦੀਆਂ ਧਾਂਦਲੀਆਂ ਨੇ, ਕਿਸ ਕਿਸ ਤਰ੍ਹਾਂ ਦੀਆਂ ਜਿਹੜੇ ਕਰਪਸ਼ਨ ਕਿਸ ਕਿਸ ਜਗ੍ਹਾ ਤੇ ਹੋ ਰਹੀ ਹੈ, ਉਹਨਾਂ ਨੂੰ ਸਮਝਣਾ ਪਏਗਾ। ਕਿਸ ਤਰ੍ਹਾਂ ਲੋਕਾਂ ਨੂੰ ਵਧੇਰੇ ਸੇਵਾਵਾਂ ਦਿੱਤੀਆਂ ਜਾ ਸਕਦੀਆਂ ਨੇ, ਇਹਨਾਂ ਦੇ ਸਰਵਿਸਿਜ਼ ਇੰਪਰੂਵ ਕੀਤੀਆਂ ਜਾ ਸਕਦੀਆਂ ਨੇ, ਉਹਨਾਂ ਨੂੰ ਸਮਝਣਾ ਪਏਗਾ। ਸੋ ਬਹੁਤ ਕੁਝ ਆ ਕਰਨ ਲਈ। ਸੋ ਇਹ ਸਮਝ ਲੈਣਾ ਕਿ ਰਾਤੋਂ ਰਾਤ ਹੀ ਚਮਤਕਾਰ ਹੋ ਜਾਊਗਾ, ਇਹ ਸਾਡੇ ਲਈ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਨਾਇਨਸਾਫੀ ਹੋਗੀ, ਤੇ ਉਹਨਾਂ ਵਿਧਾਇਕਾਂ ਲਈ ਜਾਂ ਮੰਤਰੀਆਂ ਲਈ ਵੀ ਨਾਇਨਸਾਫੀ ਹੋਈ। ਬਿਲਕੁਲ ਮਨਪ੍ਰੀਤ ਜੀ, ਸਮਾਂ ਸਮਾਪਤ ਹੋ ਗਿਆ। ਬਹੁਤ ਬਹੁਤ ਧੰਨਵਾਦ। ਅਸੀਂ ਕੱਲ ਦੁਬਾਰਾ ਫਿਰ ਕਿਸੇ ਹੋਰ ਮੁੱਦੇ ਦੇ ਉੱਤੇ ਆਵਾਂਗੇ ਔਰ ਤੁਹਾਨੂੰ ਨਵੀਂ ਨਵੀਂ ਜਾਣਕਾਰੀ ਦੇਵਾਂਗੇ। ਬਹੁਤ ਬਹੁਤ ਸ਼ੁਕਰੀਆ।